हाँ जी, ਅੱਜ ਆਪਣਾ ਚੈਪਟਰ ਨੰਬਰ 5 ਲॉज ਆਫ ਮੋਸ਼ਨ ਸਟਾਰਟ ਕਰ ਰਹੇ ਹਾਂ। ਫਸਟਲੀ ਕੀ ਦੇਖਣਾ ਆਪਾਂ ਨੇ ਇੰਟਰੋਡਕਸ਼ਨ, ਕੀ ਹੁੰਦਾ ਹੈ ਲਾਜ਼ ਆਫ ਮੋਸ਼ਨ। ਜਿਸ ਤਰ੍ਹਾਂ ਆਪਾਂ ਨੇ ਲਾਸਟ 2 ਚੈਪਟਰਸ ਕੀਤੇ ਸੀ, ਮੋਸ਼ਨ ਇਨ ਅ ਸਟ੍ਰੇਟ ਲਾਈਨ ਐਂਡ ਮੋਸ਼ਨ ਇਨ ਅ ਪਲੇਨ। ਉਸ ਦੇ ਵਿੱਚ ਆਪਾਂ ਨੇ ਪੜ੍ਹਿਆ ਸੀ ਕਿਸ ਤਰ੍ਹਾਂ ਇੱਕ ਸਟ੍ਰੇਟ ਲਾਈਨ ਦੇ ਵਿੱਚ ਅਗਰ ਮੋਸ਼ਨ ਹੁੰਦੀ ਹੈ ਤਾਂ ਉਹ ਕਿਵੇਂ ਹੋਏਗੀ, ਤੇ ਇੱਕ ਪਲੇਨ ਦੇ ਵਿੱਚ ਮੋਸ਼ਨ ਕਿਸ ਤਰ੍ਹਾਂ ਹੁੰਦੀ ਹੈ, ਕਿਸ ਤਰ੍ਹਾਂ ਆਪਾਂ ਉਹਦੇ ਡਿਮੈਂਸ਼ਨਸ ਅਜ਼ਿਊਮ ਕਰਦੇ ਹਾਂ। ਹੁਣ ਇਸ ਚੈਪਟਰ ਦੇ ਵਿੱਚ ਆਪਾਂ ਨੇ ਪੜ੍ਹਨਾ ਮੋਸ਼ਨ ਕਿਵੇਂ ਹੁੰਦੀ ਹੈ। ਮੀਨਸ ਆਪਾਂ ਇਹ ਗੱਲ ਪੜ੍ਹਨੀ ਹੈ ਕਿ ਅਗਰ ਕੋਈ ਚੀਜ਼ ਚੱਲ ਰਹੀ ਹੈ, ਠੀਕ ਹੈ, ਤਾਂ ਉਹ ਚੱਲਦੀ ਰਹੇਗੀ। ਕਦੋਂ ਤੱਕ ਚੱਲਦੀ ਰਹੇਗੀ? ਜਦੋਂ ਤੱਕ ਆਪਾਂ ਉਸ ਚੀਜ਼ ਦੇ ਉੱਪਰ ਐਕਸਟਰਨਲ ਫੋਰਸ ਲਗਾ ਕੇ ਉਹਨੂੰ ਸਟਾਪ ਨਹੀਂ ਕਰਾਂਗੇ। ਉਸੇ ਤਰ੍ਹਾਂ ਹੀ ਅਗਰ ਕੋਈ ਚੀਜ਼ ਰੁਕੀ ਹੋਈ ਹੈ ਤਾਂ ਉਦੋਂ ਤੱਕ ਨਹੀਂ ਚੱਲੇਗੀ ਜਦੋਂ ਤੱਕ ਆਪਾਂ ਉਸ ਤੇ ਐਕਸਟਰਨਲ ਫੋਰਸ ਲਗਾ ਕੇ ਉਹਨੂੰ ਚਲਾਵਾਂਗੇ ਨਹੀਂ। ਜਿਸ ਤਰ੍ਹਾਂ ਆਪਣੇ ਕੋਲ ਕੋਈ ਫੁੱਟਬਾਲ ਹੈ, ਠੀਕ ਹੈ, ਫੁੱਟਬਾਲ ਉਦੋਂ ਤੱਕ ਖੜੀ ਰਹੇਗੀ ਜਦੋਂ ਤੱਕ ਆਪਾਂ ਉਹਨੂੰ ਕਿੱਕ ਨਹੀਂ ਕਰਾਂਗੇ। ਜਦੋਂ ਆਪਾਂ ਉਹਨੂੰ ਕਿੱਕ ਕਰਦੇ ਹਾਂ ਤਾਂ ਉਸ ਨੂੰ ਕੀ ਮਿਲਦੀ ਹੈ? ਐਕਸਟਰਨਲ ਫੋਰਸ ਮਿਲਦੀ ਹੈ, ਦੈਨ ਉਹ ਮੂਵ ਕਰਨਾ ਸਟਾਰਟ ਕਰ ਦਿੰਦੀ ਹੈ। ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਕੋਲ ਕੋਈ ਬੋਲ ਹੈ, ਠੀਕ ਹੈ, ਉਹ ਚੱਲ ਹੀ ਰਹੀ ਹੈ ਤੇ ਕਦੋਂ ਤੱਕ ਨਹੀਂ ਰੁਕੇਗੀ? ਜਦੋਂ ਤੱਕ ਆਪਾਂ ਉਹਨੂੰ ਐਕਸਟਰਨਲ ਫੋਰਸ ਨਹੀਂ ਦੇਵਾਂਗੇ। ਆਪਾਂ ਉਸ ਤੇ ਹੈਂਡ ਲਗਾਵਾਂਗੇ, ਆਪਣਾ ਪੈਰ ਲਗਾ ਕੇ ਉਸਨੂੰ ਸਟਾਪ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਇਹ ਹੁੰਦਾ ਹੈ ਮੋਸ਼ਨ, ਮੀਨਸ ਚੱਲ ਰਹੀ ਚੀਜ਼ ਨੂੰ ਰੋਕਣਾ ਜਾਂ ਰੁਕੀ ਹੋਈ ਚੀਜ਼ ਨੂੰ ਚਲਾਉਣਾ। ਦੋਨਾਂ ਕੇਸਿਸ ਦੇ ਵਿੱਚ ਹੀ ਆਪਾਂ ਕੀ ਲਗਾ ਰਹੇ ਹਾਂ? ਇੱਕ ਐਕਸਟਰਨਲ ਫੋਰਸ ਲਗਾ ਰਹੇ ਹਾਂ, ਜਿਹੜੀ ਉਹਨੂੰ ਚਲਾ ਵੀ ਰਹੀ ਹੈ ਤੇ ਉਹਨੂੰ ਰੋਕ ਵੀ ਰਹੀ ਹੈ। ਇਹੀ ਆਪਣਾ ਜਿਹੜਾ ਆਪਾਂ ਕੋਜ਼ ਕਹਿ ਸਕਦੇ ਹਾਂ ਮੋਸ਼ਨ ਦਾ, ਇਹੀ ਹੋਏਗਾ ਕਾਰਨ ਮੋਸ਼ਨ ਦਾ। ਇਹੀ ਆਪਾਂ ਇਸ ਚੈਪਟਰ ਦੇ ਵਿੱਚ ਸਟੱਡੀ ਕਰਨਾ ਹੈ, ਜੋ ਆਪਾਂ ਨੇ ਪਹਿਲਾਂ ਵੀ ਦੇਖੋ ਪੜ੍ਹੇ ਹੋਏ ਨੇ ਨਿਊਟਨ ਲਾਜ਼। ਉਹੀ ਆਪਾਂ ਨੇ ਪੜ੍ਹਨੇ ਆ, ਨਿਊਟਨ ਫਸਟ ਲਾ, ਨਿਊਟਨ ਸੈਕਿੰਡ ਲਾ, ਨਿਊਟਨ ਥਰਡ ਲਾ। ਫਸਟ ਲਾ ਉਹਦੇ ਵਿੱਚ ਆਪਾਂ ਕੀ ਪੜ੍ਹਦੇ ਹੁੰਦੇ ਸੀ ਕਿ ਹਾਂਜੀ, ਕੋਈ ਵੀ ਚੀਜ਼ ਅਗਰ ਚੱਲ ਰਹੀ ਹੈ ਤਾਂ ਉਹ ਉਦੋਂ ਤੱਕ ਚੱਲਦੀ ਰਹੇਗੀ ਜਦੋਂ ਤੱਕ ਉਸਦੇ ਉੱਪਰ ਐਕਸਟਰਨਲ ਫੋਰਸ ਲਗਾ ਕੇ ਉਹਨੂੰ ਰੋਕਿਆ ਨਹੀਂ ਜਾਏਗਾ। ਤਾਂ ਇਹ ਨਿਊਟਨ ਦਾ ਫਸਟ ਲਾ ਸੀ। ਸੈਕਿੰਡ ਲਾ ਕੀ ਸੀ ਆਪਣਾ? ਫੋਰਸ ਇਜ਼ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ, F ਇਜ਼ ਇਕੁਅਲ ਟੂ ma। ਇਹ ਹੁੰਦਾ ਸੈਕਿੰਡ ਲਾ ਕਹਿ ਰਿਹਾ ਸੀ। ਥਰਡ ਲਾ ਕੀ ਕਹਿੰਦਾ ਹੈ? ਥਰਡ ਲਾ ਸੇਜ਼ ਦੈਟ ਇਕੁਅਲ ਮੀਨਸ ਜਦੋਂ ਆਪਾਂ ਕੋਈ ਵੀ ਕਿਸੇ ਚੀਜ਼ ਦਾ ਐਕਸ਼ਨ ਲਗਾਉਂਦੇ ਆ ਉਹਦਾ ਇਕੁਅਲ ਕੀ ਆਏਗਾ? ਰਿਐਕਸ਼ਨ ਆਏਗਾ। ਮੀਨਸ ਅਗਰ ਕਿਸੇ ਜਗ੍ਹਾ ਤੇ ਆਪਾਂ ਕੋਈ ਅਗਰ ਆਪਾਂ ਇਹ ਗੱਲ ਕਰੀਏ ਕਿ ਕੋਈ ਬੋਲ ਨੂੰ ਆਪਾਂ ਕਿੱਕ ਕਰ ਰਹੇ ਹਾਂ, ਠੀਕ ਹੈ, ਬੋਲ ਦੇ ਉੱਪਰ ਮਾਰ ਰਹੇ ਹਾਂ, ਤਾਂ ਜਿੰਨੀ ਫੋਰਸ ਨਾਲ ਆਪਾਂ ਬੋਲ ਦੇ ਉੱਪਰ ਮਾਰਾਂਗੇ, ਕੰਧ ਦੇ ਉੱਪਰ ਮਾਰਾਂਗੇ, ਉਨੀ ਹੀ ਫੋਰਸ ਨਾਲ ਉਹ ਬੋਲ ਆਪਣੇ ਕੋਲ ਵਾਪਿਸ ਆਉਂਦੀ ਹੈ। ਤਾਂ ਉਹ ਕੀ ਹੁੰਦਾ? ਐਕਸ਼ਨ ਦਾ ਰਿਐਕਸ਼ਨ ਹੁੰਦਾ। ਜਿੰਨੀ ਜ਼ਿਆਦਾ ਫੋਰਸ ਨਾਲ ਉਹ ਬੋਲ ਕੰਧ ਦੇ ਵਿੱਚ ਵੱਜੇਗੀ ਉਨੀ ਜ਼ਿਆਦਾ ਫੋਰਸ ਨਾਲ ਉਹ ਵਾਪਿਸ ਆਉਂਦੀ ਹੈ। ਇਹ ਹੁੰਦਾ ਐਕਸ਼ਨ ਦਾ ਰਿਐਕਸ਼ਨ। ਇਹੀ ਆਪਣੇ ਮੇਨ ਲਾਜ਼ ਨੇ ਮੋਸ਼ਨ ਦੇ, ਜਿਨ੍ਹਾਂ ਨੂੰ ਆਪਾਂ ਨੇ ਇਸ ਚੈਪਟਰ ਦੇ ਵਿੱਚ ਡੀਪਲੀ ਸਟੱਡੀ ਕਰਨਾ ਹੈ। ਇਹ ਸੀ ਆਪਣੀ ਮੇਨ ਇੰਟਰੋਡਕਸ਼ਨ। ਨੈਕਸਟ ਆਪਣੇ ਕੋਲ ਟੌਪਿਕ ਆਉਂਦਾ ਹੈ ਅਰਿਸਟੋਟਲ ਫੈਲਾਸੀ। ਅਰਿਸਟੋਟਲ ਫੈਲਾਸੀ ਕੀ ਹੁੰਦਾ ਹੈ ਕਿ ਜੋ ਆਪਾਂ ਨੇ ਪਹਿਲਾਂ ਗੈਲੀਲੀਓ ਨੇ ਆਪਣੀ 17th ਸੈਂਚੁਰੀ ਦੇ ਵਿੱਚ ਆਪਾਂ ਨੂੰ ਦੱਸਿਆ ਸੀ ਕਿ ਜੋ ਨਿਊਟਨ ਦੇ ਆਪਣੇ ਲਾਜ਼ ਆਏ ਸੀ, ਉਹਨਾਂ ਨੇ ਹੀ ਮੇਨ ਸਾਇੰਸ ਦਾ ਕਹਿ ਸਕਦੇ ਬਰਥ ਕੀਤਾ ਸੀ, ਮਤਲਬ ਸਾਇੰਸ ਨੂੰ ਓਰੀਜੀਨੇਟ ਕੀਤਾ ਸੀ। ਕੁਝ ਨਵੇਂ ਲਾਜ਼ ਦਿੱਤੇ ਜਿੱਥੋਂ ਆਪਾਂ ਨੂੰ ਨਵੀਂ ਨਵੀਂ ਗੱਲਾਂ ਦਾ ਪਤਾ ਲੱਗਿਆ। ਜੋ ਅਰਿਸਟੋਟਲ ਸੀ ਉਹ ਆਪਣੇ 322 ਐਂਡ 384 ਉਸ ਟਾਈਮ 'ਚ ਆਏ, ਉਸ ਈਸਵੀ ਦੇ ਵਿੱਚ ਆਏ। ਉਹਨਾਂ ਨੇ ਦੱਸਿਆ ਕਿ ਜਦੋਂ ਕੋਈ ਬੋਡੀ ਮੂਵ ਕਰ ਰਹੀ ਹੈ ਤਾਂ ਉਸਨੂੰ ਕੋਈ ਨਾ ਕੋਈ ਐਕਸਟਰਨਲ ਏਜੰਸੀ ਤਾਂ ਚਾਹੀਦੀ ਹੀ ਹੋਏਗੀ। ਐਕਸਟਰਨਲ ਏਜੰਸੀ ਮੀਨਸ ਐਕਸਟਰਨਲ ਫੋਰਸ ਤਾਂ ਚਾਹੀਦੀ ਹੀ ਹੋਏਗੀ ਮੂਵ ਕਰਨ ਦੇ ਲਈ। ਔਰ ਆਪਾਂ ਐਗਜ਼ਾਮਪਲ ਕਰਦੇ ਹਾਂ ਕਿ ਕੋਈ ਐਰੋ ਨੂੰ ਆਪਾਂ ਸ਼ੂਟ ਕਰ ਰਹੇ ਹਾਂ, ਠੀਕ ਹੈ, ਹਵਾ ਦੇ ਵਿੱਚ, ਤਾਂ ਐਰੋ ਨੂੰ ਪਿੱਛੋਂ ਕੀ ਕੀਤਾ ਜਾਏਗਾ? ਪਹਿਲਾਂ ਪੁਸ਼ ਕੀਤਾ ਜਾਏਗਾ, ਦੈਨ ਤਾਂ ਹੀ ਉਹ ਐਰੋ ਜਿਹੜਾ ਹੈਗਾ ਮੂਵ ਕਰੇਗਾ। ਤਾਂ ਮੀਨਸ ਹਰ ਚੀਜ਼ ਨੂੰ ਕੀ ਚਾਹੀਦੀ ਹੁੰਦੀ ਹੈ? ਇੱਕ ਬੈਕ ਫੋਰਸ ਚਾਹੀਦੀ ਹੁੰਦੀ ਹੈ। ਆਪਣੀ ਯੂਨੀਵਰਸ ਦੇ ਵਿੱਚ ਹੋਰ ਵੀ ਕਈ ਐਗਜ਼ਾਮਪਲਸ ਨੇ ਜਿਸ ਦੇ ਵਿੱਚ ਇਸ ਤਰ੍ਹਾਂ ਫੋਰਸ ਦੀ ਜ਼ਰੂਰਤ ਪੈਂਦੀ ਹੈ। ਤਾਂ ਆਪਾਂ ਮੇਨ ਗੱਲ ਇਹੀ ਬੋਲਾਂਗੇ, ਅਰਿਸਟੋਟਲ ਨੇ ਕੀ ਕਿਹਾ ਸੀ ਕਿ ਐਨ ਐਕਸਟਰਨਲ ਫੋਰਸ ਇਜ਼ ਰਿਕੁਆਇਰਡ ਟੂ ਕੀਪ ਅ ਬੋਡੀ ਇਨ ਮੋਸ਼ਨ। ਕਿਸੇ ਵੀ ਬੋਡੀ ਨੂੰ ਮੋਸ਼ਨ ਦੇ ਵਿੱਚ ਰੱਖਣ ਦੇ ਲਈ ਇੱਕ ਐਕਸਟਰਨਲ ਫੋਰਸ ਚਾਹੀਦੀ ਹੁੰਦੀ ਹੈ।
ਬਟ ਜਦੋਂ ਜਦੋਂ ਆਪਾਂ ਨੇ ਅੱਗੇ ਦੇਖਿਆ, ਨੈਚੁਰਲੀ ਦੇਖਿਆ ਸਾਰਾ ਕੁਝ, ਤਾਂ ਆਪਾਂ ਨੂੰ ਇਹ ਚੀਜ਼ ਲੱਗਿਆ ਕਿ ਸ਼ਾਇਦ ਅਰਿਸਟੋਟਲ ਦੀਆਂ ਕਈ ਗੱਲਾਂ ਗਲਤ ਸੀਗੀਆਂ। ਉਹ ਮਤਲਬ ਕੰਟਰਡਿਕਟ ਕਰ ਰਹੀਆਂ ਸੀ। ਕਿਸ ਤਰ੍ਹਾਂ ਕੰਟਰਡਿਕਟ ਕਰ ਰਹੀਆਂ ਸੀ? ਜਿਸ ਤਰ੍ਹਾਂ ਆਪਾਂ ਦੇਖਿਆ ਕਿ ਕੋਈ ਸਮਾਲ ਚਾਈਲਡ, ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਇੱਕ ਸਮਾਲ ਚਾਈਲਡ ਹੈ, ਤਾਂ ਉਹ ਇੱਕ ਟॉय ਕਾਰ ਨਾਲ ਖੇਲ ਰਿਹਾ ਹੈ ਫਲੋਰ ਦੇ ਉੱਪਰ। ਤਾਂ ਉਹ ਕੀ ਕਰ ਰਿਹਾ, ਉਹਨੂੰ ਕੌਨਸਟੈਂਟਲੀ ਮੂਵ ਕਰ ਰਿਹਾ ਹੈ, ਉਸ ਬਾਲ ਨੂੰ, ਉਸ ਟॉय ਕਾਰ ਨੂੰ ਕੌਨਸਟੈਂਟਲੀ ਮੂਵ ਕਰ ਰਿਹਾ ਹੈ ਫਰਸ਼ ਦੇ ਉੱਪਰ। ਤਾਂ ਉਹ ਉਹਨੂੰ ਕੀ ਦੇ ਰਿਹਾ, ਇੱਕ ਫੋਰਸ ਦੇ ਰਿਹਾ। ਜਦੋਂ ਹੀ ਉਹ ਸਟ੍ਰਿੰਗ ਚਲਾ ਰਹੀ, ਸਟ੍ਰਿੰਗ ਨੂੰ ਛੋੜ ਦੇਗਾ, ਦੈਨ ਉਹ ਕੀ ਹੋ ਜਾਏਗੀ, ਰੈਸਟ ਤੇ ਆ ਜਾਏਗੀ। ਮੀਨਸ ਉਹਦਾ ਮਤਲਬ ਕੀ ਹੈ, ਜਿਵੇਂ ਜਿਵੇਂ ਉਹ ਫੋਰਸ ਦੇਈ ਗਿਆ, ਉਸ ਬੋਡੀ ਨੂੰ ਮੋਸ਼ਨ ਮਿਲੀ ਗਈ। ਤਾਂ ਇਸ ਤੋਂ ਉਹਨੂੰ ਪਤਾ ਲੱਗਿਆ ਕਿ ਜੋ ਬੋਡੀਜ਼ ਹੈ, ਉਹਨੂੰ ਰੈਸਟ ਦੇ ਲਈ, ਉਹਨੇ ਗੱਲ ਸਿਰਫ ਮੂਵਿੰਗ ਬੋਡੀ ਦੀ ਕੀਤੀ ਸੀ, ਬੋਡੀ ਨੂੰ ਰੈਸਟ ਤੇ ਲਿਆਉਣ ਦੀ ਗੱਲ ਨਹੀਂ ਕੀਤੀ ਸੀ ਕਿ ਚੱਲਦੀ ਬੋਡੀ ਰੈਸਟ ਤੇ ਵੀ ਆ ਸਕਦੀ ਹੈ। ਉਹਦੇ ਵਾਸਤੇ ਵੀ ਇੱਕ ਫੋਰਸ ਚਾਹੀਦੀ ਹੁੰਦੀ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜੋ ਕਾਰ ਸੀ ਉਹ ਰੈਸਟ ਤੇ ਆਈ ਕਿਉਂਕਿ ਆਪਾਂ ਨੇ ਕੀ ਲਗਾਈ, ਇੱਕ ਐਕਸਟਰਨਲ ਫੋਰਸ ਲਗਾਈ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਫੋਰਸ ਆਫ ਫ੍ਰਿਕਸ਼ਨ। ਜਿਵੇਂ ਆਪਾਂ ਨੇ ਦੇਖਦੇ ਹਾਂ ਕਿ ਕੋਈ ਅੱਜ ਕੱਲ੍ਹ ਜੋ ਟॉय ਕਾਰਸ ਹੁੰਦੀਆਂ ਨੇ, ਆਪਾਂ ਨੂੰ ਥੋੜਾ ਜਿਹਾ ਫੋਰਸ ਲਗਾਉਂਦੇ ਹਾਂ, ਘੁਮਾ ਕੇ ਜੇ ਚਲਾਉਂਦੇ ਹਾਂ, ਕਾਫੀ ਅੱਗੇ ਤੱਕ ਜਾ ਕੇ ਉਹ ਰੁਕ ਜਾਂਦੀ ਹੈ। ਹੁਣ ਉਹ ਅੱਗੇ ਜਾ ਕੇ ਉਹ ਰੁਕਣ ਦਾ ਕੀ ਕਾਰਨ ਹੁੰਦਾ? ਕਿਉਂਕਿ ਜੋ ਆਪਣਾ ਫਰਸ਼ ਹੈ, ਆਪਾਂ ਪਹਿਲਾਂ 9th ਕਲਾਸ ਪੜ੍ਹਿਆ ਹੋਇਆ, ਫ੍ਰਿਕਸ਼ਨ ਪੜ੍ਹੀ ਹੋਈ ਹੈ ਕਿ ਜੋ ਆਪਣਾ ਫਰਸ਼ ਹੈ ਉਹ ਕੀ ਲਗਾ ਦਿੰਦਾ ਹੈ, ਉਹ ਆਪਣੀ ਜੋ ਕਾਰ ਹੈ ਜਾਂ ਉਹਦੇ ਟਾਇਰਸ ਹੈ ਉਹਨਾਂ ਤੇ ਕੀ ਲਗਾਉਂਦੇ ਆ, ਫ੍ਰਿਕਸ਼ਨ ਲਗਾਉਂਦੇ ਆ। ਤਾਂ ਉਸੇ ਤਰ੍ਹਾਂ ਹੀ ਉਸ ਟॉय ਕਾਰ ਦੇ ਜੋ ਟਾਇਰਸ ਨੇ, ਉਹਨਾਂ ਉੱਪਰ ਕੀ ਲੱਗ ਰਹੀ ਹੈ, ਇੱਕ ਫ੍ਰਿਕਸ਼ਨ ਲੱਗ ਗਈ। ਤਾਂ ਇਸੇ ਕਰਕੇ ਉਹ ਕਾਫੀ ਸਾਰਾ ਡਿਸਟੈਂਸ ਕਵਰ ਕਰਨ ਤੋਂ ਬਾਅਦ ਉਹ ਟॉय ਕਾਰ ਆਪਣੇ ਆਪ ਹੀ ਰੁਕ ਜਾਂਦੀ ਹੈ। ਬਟ ਇਹ ਗੱਲ ਅਰਿਸਟੋਟਲ ਦੀ ਜੋ ਸਟੇਟਮੈਂਟ ਸੀ ਉਹਦੇ ਅਕੋਰਡਿੰਗ ਠੀਕ ਨਹੀਂ ਬੈਠ ਰਹੀ ਸੀ। ਇਸੇ ਗੱਲ ਕਰਕੇ ਉਹਨਾਂ ਦੀ ਜਿਹੜਾ ਇਹ ਲਾਅ ਸੀ ਅਰਿਸਟੋਟਲ ਦਾ, ਕੰਟਰਡਿਕਟ ਕਰ ਰਿਹਾ ਸੀ। ਕਿਉਂਕਿ ਉਹਨਾਂ ਨੇ ਤਾਂ ਇਹੀ ਗੱਲ ਕਹੀ ਸੀ ਕਿ ਹਾਂਜੀ ਅਗਰ ਕਾਰ ਯੂਨੀਫਾਰਮ ਨਹੀਂ ਜਾ ਰਹੀ ਹੈ, ਕੋਈ ਫੋਰਸ ਨਹੀਂ ਲੱਗੇਗੀ ਤਾਂ ਚੱਲਦੀ ਰਹੇਗੀ। ਬਟ ਨਹੀਂ, ਇੱਕ ਟਾਈਮ ਤੇ ਉਸ ਚੀਜ਼ ਨੇ ਆ ਕੇ ਰੁਕ ਜਾਣਾ ਹੈ। ਤਾਂ ਉਹ ਫੋਰਸ ਕਿਹੜੀ ਹੋਏਗੀ, ਫੋਰਸ ਆਫ ਫ੍ਰਿਕਸ਼ਨ ਹੋਏਗੀ। ਜੋ ਅਗਰ ਬੋਲ ਵੀ ਹੈ ਚਲਦੀ ਰਹਿੰਦੀ ਹੈ, ਪਰ ਅਗਰ ਉਸਤੇ ਆਪਣਾ ਜੋ ਫਰਸ਼ ਹੈ ਉਹ ਉੱਤੇ ਕੀ ਲਗਾਉਂਦਾ, ਇੱਕ ਫੋਰਸ ਆਫ ਫ੍ਰਿਕਸ਼ਨ ਲਗਾਉਂਦਾ ਹੈ, ਤਾਂ ਉਹ ਕੀ ਹੋ ਜਾਂਦੀ ਹੈ, ਇੱਕ ਜਗ੍ਹਾ ਤੇ ਆ ਕੇ ਰੁਕ ਜਾਂਦੀ ਹੈ। ਤਾਂ ਫੋਰਸ ਕਈ ਤਰ੍ਹਾਂ ਦੀ ਹੋ ਸਕਦੀ ਹੈ, ਦੇਖੋ ਅਪੋਜ਼ਿੰਗ ਫੋਰਸ ਫ੍ਰਿਕਸ਼ਨ ਵੀ ਹੋ ਸਕਦੀ ਹੈ, ਠੀਕ ਹੈ, ਫਲੂਇਡ ਵੀ ਹੋ ਸਕਦੇ हैं, ਉਹ ਵੀ ਇੱਕ ਐਕਸਟਰਨਲ ਫੋਰਸ ਬਣ ਸਕਦੇ हैं। ਤਾਂ ਇਸ ਤਰ੍ਹਾਂ ਜੋ ਐਰਿਸਟੋਟਲ ਦੇ ਲਾਅ ਸੀ, ਉਹ ਤਾਂ ਹੀ ਇਹਨੂੰ ਨਾਮ ਹੀ ਦਿੱਤਾ ਗਿਆ ਅਰਿਸਟੋਟਲਸ ਫੈਲੇਸੀ। ਫੈਲੇਸੀ ਮੀਨਸ ਉਹ ਫੇਲ ਹੋ ਗਿਆ ਸੀ ਅਰਿਸਟੋਟਲ ਦਾ ਜੋ ਲਾਅ ਸੀ। ਉਸ ਤੋਂ ਬਾਅਦ ਆਪਣਾ ਥਰਡ ਟੌਪਿਕ ਸੀ 5.3 ਦ ਲਾਅ ਆਫ ਇਨਰਸ਼ੀਆ। ਤਾਂ ਇਹਦੇ ਵਿੱਚ ਕੀ ਹੈ, ਗੈਲੀਲੀਓ ਸਟੱਡੀਡ ਦੈਟ, ਗੈਲੀਲੀਓ ਨੇ ਆਪਾਂ ਨੂੰ ਕੀ ਦੱਸਿਆ ਕਿ ਜੋ ਆਬਜੈਕਟਸ ਨੇ ਉਹਨੂੰ ਆਪਾਂ ਇੱਕ ਇੰਕਲਾਈਨਡ, ਟੇਢੇ ਆਪਾਂ ਜੋ ਖਿਡੌਣਾ ਦੇਖਦੇ ਹਾਂ ਉਸ ਤਰ੍ਹਾਂ ਦੇਖੋ ਐਗਜ਼ਾਮਪਲ ਵੀ ਦਿੱਤੀ ਹੋਈ ਹੈ ਆਪਣੇ ਕੋਲੇ। ਇਸ ਤਰ੍ਹਾਂ ਆਪਾਂ ਨੇ ਇੱਕ ਇੰਕਲਾਈਨਡ ਟੇਢੇ ਪਲੇਨ ਦੇ ਉੱਪਰ ਆਪਾਂ ਨੇ ਇੱਕ ਆਬਜੈਕਟ ਰੱਖਿਆ, ਕੋਈ ਬੋਲ ਰੱਖੀ, ਤਾਂ ਕੀ ਹੋ ਰਿਹਾ, ਉਹ ਉਸ ਇੰਕਲਾਈਨਡ ਪਲੇਨ ਤੋਂ ਡਾਊਨ ਮੂਵ ਕਰ ਰਿਹਾ। ਜਾਂ ਅਗਰ ਆਪਾਂ ਨੂੰ ਉੱਪਰ ਤੋਂ ਨੀਚੇ ਰੱਖਾਂਗੇ ਤਾਂ ਉਹ ਈਜ਼ੀਲੀ ਨੀਚੇ ਆ ਜਾਏਗਾ, ਠੀਕ ਹੈ। ਜਾਂ ਸੈਕਿੰਡ ਕੇਸ ਕੀ ਹੋ ਸਕਦਾ ਕਿ ਆਪਾਂ ਨੂੰ ਉੱਪਰ ਨੂੰ ਲੈ ਕੇ ਜਾਈਏ, ਅਪਵਰਡ, ਜਾਂ ਆਪਾਂ ਨੂੰ ਹੋਰੀਜ਼ੋਨਟਲ ਮੂਵ ਕਰਾਈਏ। ਤਿੰਨ ਕੇਸਿਸ ਹੋ ਸਕਦੇ ਨੇ, ਤਿੰਨ ਸਿਚੁਏਸ਼ਨਸ ਹੋ ਸਕਦੀਆਂ ਨੇ। ਤਾਂ ਗੈਲੀਲੀਓ ਨੇ ਕੀ ਦੱਸਿਆ, ਜੋ ਕਿ ਉਹ ਅਗਰ ਆਬਜੈਕਟ ਫ੍ਰਿਕਸ਼ਨਲੈਸ ਸਰਫੇਸ ਦੇ ਉੱਪਰ ਮੂਵ ਕਰ ਰਿਹਾ ਹੈ, ਮੀਨਸ ਜੋ ਫਰਸ਼ਨ ਦੇ ਆਪਾਂ ਨੂੰ ਮੂਵ ਕਰਵਾ ਰਹੇ ਹਾਂ ਫਰਸ਼ ਦੇ ਉੱਪਰ, ਉਸ ਵਿੱਚ ਬਹੁਤ ਹੀ ਜ਼ਿਆਦਾ ਮਤਲਬ ਸਮੂਥ ਪਲੇਨ ਹੈ ਉਹ, ਬਿਲਕੁਲ ਵੀ ਫ੍ਰਿਕਸ਼ਨ ਨਹੀਂ ਹੈ, ਫ੍ਰਿਕਸ਼ਨਲੈਸ ਪਲੇਨ ਹੈ ਉਹ। ਤਾਂ ਮੀਨਸ ਉਹ ਸਰਫੇਸ ਦੇ ਉੱਪਰ ਕੋਈ ਵੀ ਐਕਸਲਰੇਸ਼ਨ ਨਹੀਂ ਲੱਗੇਗੀ, ਨਾ ਹੀ ਕੋਈ ਰਿਟਾਰਡੇਸ਼ਨ ਲੱਗੇਗੀ। ਕਿਉਂ? ਕਿਉਂਕਿ ਉਹਦੇ ਵਿੱਚ ਵੈਲੋਸਿਟੀ ਦੇ ਵਿੱਚ ਕੋਈ ਚੇਂਜ ਹੀ ਨਹੀਂ ਆਏਗਾ। ਜੋ ਸਪੀਡ ਉਸ ਬੋਲ ਦੀ ਹੈਗੀ ਸੀ ਉਹ ਸੇਮ ਸਪੀਡ ਰਹੇਗੀ, ਚੇਂਜ ਹੀ ਨਹੀਂ ਹੋਏਗੀ, ਕਿਉਂਕਿ ਉਹ ਫਰਸ਼ ਦੇ ਉੱਪਰ ਕੋਈ ਸਮੂਥ ਫਰਸ਼ ਹੈ, ਤਾਂ ਮੀਨਸ ਉਸ ਤੇ ਕੋਈ ਐਕਸ਼ਨ ਹੋ ਹੀ ਨਹੀਂ ਰਿਹਾ। ਹੁਣ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਜੋ ਵੀ ਐਕਸਪੈਰੀਮੈਂਟ ਗੈਲੀਲੀਓ ਨੇ ਦੱਸਿਆ ਸੀ ਕਿ ਆਪਾਂ ਤਿੰਨ ਪਲੇਨਸ ਲੈ ਕੇ ਚੱਲਨੇ ਆ, ਤਾਂ ਉਹਨਾਂ ਨੇ ਇਹੀ ਕਨਕਲੂਜਨ ਕੱਢਿਆ ਸੀ ਕਿ ਅਗਰ ਆਪਣੇ ਕੋਲ ਕੋਈ ਇੰਕਲਾਈਨਡ, ਡਬਲ ਇੰਕਲਾਈਨਡ ਪਲੇਨ ਹੋਏ, ਆਪਾਂ ਬੋਲ ਨੂੰ ਕਹਿੰਦੇ ਇੱਕ ਜਗ੍ਹਾ ਤੋਂ ਛੋੜਤਾ, ਖੜੀ ਹੋਈ ਸੀ ਆਪਾਂ ਨੂੰ ਉੱਥੋਂ ਛੋੜਤਾ ਇੱਕ ਪਲੇਨ ਤੋਂ, ਤਾਂ ਆਪਣੇ ਆਪ ਹੀ ਥੱਲੇ 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 ਆਈ ਜਾਂਦੀ ਹੈ, ਠੀਕ ਹੈ। ਡਬਲ ਲੈ ਲਿਆ ਆਪਾਂ ਨੇ, ਆਪਣੇ ਆਪ ਨੀਚੇ ਆ ਕੇ ਆਪਣੇ ਆਪ ਉੱਪਰ ਚੱਲ ਜਾਏਗੀ। ਕਿਉਂ?
ਇਹ ਵੀ ਕਿਉਂਕਿ ਉਹਨੂੰ ਰੋਕਣ ਲਈ ਕੋਈ ਫੋਰਸ ਹੀ ਨਹੀਂ ਲੱਗ ਰਹੀ, ਕਿਉਂਕਿ ਪਲੇਨ ਕੀ ਆਪਣੇ ਕੋਲੇ ਸਮੂਥ ਪਲੇਨ ਹੈ। ਤੇ ਜੋ ਫਾਈਨਲ ਹਾਈਟ ਹੋਏਗੀ ਉਹੀ ਹੁੰਦੀ ਕੀ ਹੋਏਗੀ, ਪਹਿਲਾਂ ਜੋ ਇਨੀਸ਼ੀਅਲ ਤੇ ਹਾਈਟ ਸੀ ਸੇਮ ਹਾਈਟ ਹੋਏਗੀ। ਦੇਖੋ ਇੱਥੇ ਐਗਜ਼ਾਮਪਲ ਵੀ ਬਣੀ ਹੋਈ ਹੈ, ਜੋ 5.1 ਬੀ ਬਣਾਈ ਹੋਈ ਹੈ। ਪਹਿਲਾਂ ਦੇਖੋ ਨੀਚੇ ਆਂਦੀ ਹੈ, ਉਹ ਸੇਮ ਹਾਈਟ ਦੇ ਵਿੱਚ ਉੱਪਰ ਚਲ ਜਾਂਦੀ ਹੈ, ਤੇ ਜਿਸ ਹਾਈਟ ਤੋਂ ਪਹਿਲਾਂ ਸੀ ਉਸੇ ਹਾਈਟ ਤੋਂ ਵਾਪਸ ਪਹੁੰਚ ਜਾਂਦੀ ਹੈ। ਤਾਂ ਮੀਨਸ ਇਹ ਹੈ ਕਿ ਜਿਹੜਾ ਵੀ ਸੈਕਿੰਡ ਪਲੇਨ ਦੀ ਸਲੋਪ ਹੋਏਗੀ ਉਹਨੂੰ ਥੋੜਾ ਜਿਹਾ ਡਿਕਰੀਜ਼ ਘਟਾਇਆ ਜਾਂਦਾ ਹੈ ਐਜ਼ ਕੰਪੇਅਰ ਟੂ ਫਸਟ ਨਾਲੋਂ, ਤਾਂ ਕਿ ਜੋ ਐਕਸਪੈਰੀਮੈਂਟ ਹੈ ਜੋ ਆਪਾਂ ਦੱਸ ਰਹੇ ਹਾਂ ਕਿ ਉਹ ਸੇਮ ਹਾਈਟ ਤੱਕ ਪਹੁੰਚ ਸਕੇ। ਬਟ ਇਸ ਕੇਸ ਦੇ ਵਿੱਚ ਜੋ ਬੋਲ ਹੈਗੀ ਬਹੁਤ ਜ਼ਿਆਦਾ ਲੰਬਾ ਡਿਸਟੈਂਸ ਕਵਰ ਕਰਦੀ ਹੈਗੀ ਹੈ, ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀ ਸਲੋਪ ਹੈਗੀ ਹੈ ਸੈਕਿੰਡ ਪਲੇਨ ਦੀ ਉਹਨੂੰ ਥੋੜਾ ਜਿਹਾ ਘਟਾਉਣਾ ਹੈ ਆਪਾਂ ਨੇ। ਆਪਾਂ ਕਹਿ ਸਕਦੇ ਹਾਂ ਕਿ 0 ਤੱਕ ਲੈ ਸਕਦੇ ਹਾਂ ਆਪਾਂ ਉਹਨੂੰ, ਤਾਂ ਕਿ ਜੋ ਆਪਣੀ ਬੋਲ ਹੈਗੀ ਆ ਪ੍ਰੋਪਰ ਡਿਸਟੈਂਸ ਕਵਰ ਕਰੇ। ਹੁਣ ਮੇਨਲੀ ਇਹ ਲਾ ਕਹਿਣਾ ਕਿ ਚਾਹ ਰਹੇ ਆਪਾਂ ਨੂੰ, ਜੋ ਲਾ ਆਫ ਇਨਰਸ਼ੀਆ ਹੈ, ਕਿ ਜਿਸ ਤਰ੍ਹਾਂ ਆਪਾਂ ਨੇ ਚੀਜ਼ ਸਟੱਡੀ ਕੀਤੀ ਕਿ ਹਾਂਜੀ ਕੋਈ ਬੋਲ ਹੈਗੀ ਹੈ, ਡਿਸਟੈਂਸ ਕਵਰ ਕਰ ਰਹੀ ਹੈ, ਠੀਕ ਹੈ, ਇੱਕ ਟਾਈਮ ਤੇ ਆ ਕੇ ਉਹਨੇ ਸਟਾਪ ਕਰ ਜਾਣਾ ਅਗਰ ਆਪਾਂ ਉਹਨੂੰ ਹੋਰੀਜ਼ੋਨਟਲ ਮੂਵ ਕਰ ਰਹੇ ਹਾਂ। ਹੁਣ ਦੇਖੋ ਜੋ 5.1 ਬੀ ਦੇ ਵਿੱਚ ਥਰਡ ਡਾਇਗਰਾਮ ਬਣੀ ਹੋਈ ਹੈ, ਪਹਿਲਾਂ ਦੇਖੋ ਆਪਾਂ ਨੇ ਸੇਮ ਹਾਈਟਸ ਲਿੱਤਾ, ਫਿਰ ਆਪਾਂ ਨੇ ਕੋਸ਼ਿਸ਼ ਕੀਤੀ ਕਿ ਥੋੜਾ ਜਿਹਾ ਉਹਨੂੰ ਟਿਲਟ ਕਰਤਾ, ਨੀਚੇ ਕਰਤਾ, ਤਾਂ ਕੀ ਹੋਇਆ ਉਸ ਬੋਲ ਨੇ ਟੇਢੇ ਇਸ ਤਰ੍ਹਾਂ ਟੇਢਾ ਡਿਸਟੈਂਸ ਕਵਰ ਕੀਤਾ। ਹੁਣ ਆਪਾਂ ਨੇ ਕੀ ਕੀਤਾ, ਉਸਨੂੰ ਬਿਲਕੁਲ ਹੋਰੀਜ਼ੋਨਟਲ ਪਲੇਨ ਕਰਤਾ, ਤਾਂ ਇੱਕ ਟਾਈਮ ਇਹੋ ਜਿਹਾ ਆਏਗਾ ਕਿ ਉਹ ਬੋਲ ਪਲੇਨ ਹੋਰੀਜ਼ੋਨਟਲ ਪਲੇਨ ਦੇ ਉੱਪਰ ਜਾਂਦੇ ਜਾਂਦੇ ਰੁਕ ਜਾਏਗੀ। ਤਾਂ ਮੀਨਸ ਲਾ ਆਫ ਇਨਰਸ਼ੀਆ ਕੀ ਹੈ ਕਿ ਜਦੋਂ ਕੋਈ ਚੀਜ਼ ਮੋਸ਼ਨ ਦੇ ਵਿੱਚ ਹੁੰਦੀ ਹੈ ਤਾਂ ਮੋਸ਼ਨ ਦੇ ਵਿੱਚ ਹੀ ਰਹਿੰਦੀ ਹੈ, ਉਸਨੂੰ ਰੋਕਣਾ ਔਖਾ ਹੋ ਜਾਂਦਾ ਹੈ, ਡਿਫਿਕਲਟ ਪ੍ਰੋਸੈਸ ਹੈ ਇਹ, ਉਸਨੂੰ ਫੋਰਸ ਚਾਹੀਦੀ ਹੈ। ਜੋ ਸਟੇਟ ਰੈਸਟ ਦੀ ਹੈ ਜਾਂ ਸਟੇਟ ਯੂਨੀਫਾਰਮ ਮੋਸ਼ਨ ਦੀ ਹੈ ਉਹ ਇਕੁਅਲੀ ਰਹਿੰਦੀ ਹੈ ਸਟੇਟਸ, ਕੋਈ ਫੋਰਸ ਨਹੀਂ ਲੱਗ ਰਹੀ ਉਸ ਕੇਸ ਦੇ ਵਿੱਚ। ਤਾਂ ਕੋਈ ਵੀ ਜਿਹੜੀ ਨੈਟ ਫੋਰਸ ਆਪਾਂ ਕਹਿ ਰਹੇ ਹਾਂ ਕਿ ਕਿਸੇ ਬੋਡੀ ਨੂੰ ਮੋਸ਼ਨ ਦੇ ਵਿੱਚ ਰੱਖਣ ਲਈ ਲੱਗਦੀ ਹੈ, ਉਹ ਗੱਲ ਗਲਤ ਹੈ। ਕਿਸੇ ਵੀ ਬੋਡੀ ਨੂੰ ਅਗਰ ਆਪਾਂ ਯੂਨੀਫਾਰਮ ਮੋਸ਼ਨ ਦੇ ਵਿੱਚ ਰੱਖਣਾ ਹੈ ਤਾਂ ਸਾਨੂੰ ਇੱਕ ਐਕਸਟਰਨਲ ਫੋਰਸ ਚਾਹੀਦੀ ਹੋਊਗੀ, ਜਿਹਨੂੰ ਅਸੀਂ ਫ੍ਰਿਕਸ਼ਨਲ ਫੋਰਸ ਕਹਿ ਦਿੰਦੇ ਹਾਂ, ਲਾਈਕ ਆਪਣੇ ਜੋ ਫਰਸ਼ ਲਗਾ ਰਹੇ ਆ, ਆਪਣਾ ਪਲੇਨ ਲਗਾ ਰਿਹਾ। ਤਾਂ ਜੋ ਸਮ ਹੋਏਗਾ ਐਕਸਟਰਨਲ ਫੋਰਸਿਸ ਦਾ, ਜਿਵੇਂ ਆਪਾਂ ਲਗਾਈ, ਠੀਕ ਹੈ, ਜਾਂ ਕਿਸੇ ਨੇ ਜੋ ਫਰਸ਼ ਨੇ ਲਗਾਈ, ਉਹ ਸਾਰੀਆਂ ਐਕਸਟਰਨਲ ਫੋਰਸ ਦਾ ਜਿਹੜਾ ਸਮ ਹੈਗਾ ਉਹ ਨੈਟ ਸਮ ਕੀ ਹੋ ਜਾਏਗਾ, 0 ਹੋ ਜਾਏਗਾ। ਲਾਈਕ ਪਹਿਲਾਂ ਉਹਨੂੰ ਚਲਾਉਣ ਲਈ ਆਪਾਂ ਫੋਰਸ ਲਗਾਈ, ਦੈਨ ਉਹਨੂੰ ਰੁਕਣ ਦੇ ਲਈ ਫ੍ਰਿਕਸ਼ਨਲ ਫੋਰਸ ਲੱਗ ਗਈ, ਤਾਂ ਸਾਰੇ ਟੋਟਲ ਜੋ ਹੋਏਗਾ ਸਮ ਉਹ ਫੋਰਸਿਸ ਦਾ 0 ਹੋ ਜਾਏਗਾ। ਤਾਂ ਕੀ ਕਹਿਣਾ ਚਾਹ ਰਹੇ ਹਾਂ ਕਿ ਜਿਹੜੀ ਨੈਟ ਫੋਰਸ ਲੱਗ ਰਹੀ ਹੈ ਉਸ ਚੀਜ਼ ਦੇ ਉੱਪਰ ਉਹ 0 ਲੱਗ ਰਹੀ ਹੈ। ਮੀਨਸ ਕੋਈ ਵੀ ਬੋਡੀ ਅਗਰ ਰੈਸਟ ਤੇ ਹੈ ਤਾਂ ਉਹ ਰੈਸਟ ਤੇ ਰਹੇਗੀ, ਅਗਰ ਕੋਈ ਬੋਡੀ ਮੋਸ਼ਨ ਦੇ ਵਿੱਚ ਹੈ ਤਾਂ ਉਹ ਮੋਸ਼ਨ ਦੇ ਵਿੱਚ ਰਹੇਗੀ। ਇਸੇ ਪ੍ਰੋਪਰਟੀ ਨੂੰ ਅਸੀਂ ਬੋਲਦੇ ਹਾਂ ਇਨਰਸ਼ੀਆ। ਮੀਨਸ ਚੇਂਜ ਨਹੀਂ ਹੁੰਦਾ, ਬਸ ਚੱਲਦਾ ਹੀ ਰਹਿੰਦਾ ਹੈ ਸੇਮ ਸਟੇਟ ਦੇ ਵਿੱਚ, ਨਾ ਹੀ ਉਹ ਆਪਦੀ ਸਟੇਟ ਆਫ ਰੈਸਟ ਚੇਂਜ ਕਰੇਗਾ ਤੇ ਨਾ ਹੀ ਉਹ ਆਪਣੀ ਸਟੇਟ ਆਫ ਮੋਸ਼ਨ ਚੇਂਜ ਕਰੇਗਾ। ਅਗਰ ਉਹ ਰੈਸਟ ਸਟੇਟ ਦੇ ਵਿੱਚ ਹੈ ਤਾਂ ਰੈਸਟ ਦੇ ਵਿੱਚ ਹੀ ਰਹੇਗਾ, ਅਗਰ ਉਹ ਆਪਣੀ ਮੋਸ਼ਨ ਦੀ ਸਟੇਟ ਦੇ ਵਿੱਚ ਹੈ ਤਾਂ ਮੋਸ਼ਨ ਹੀ ਰਹੇਗਾ। ਇਹੀ ਆਪਣਾ ਲਾ ਆਫ ਇਨਰਸ਼ੀਆ ਹੈ ਕਿ ਅਗਰ ਕੋਈ ਬੋਡੀ ਮੋਸ਼ਨ ਦੇ ਵਿੱਚ ਹੈ ਤਾਂ ਮੋਸ਼ਨ ਦੇ ਵਿੱਚ ਰਹੇਗੀ, ਅਗਰ ਉਹ ਰੈਸਟ ਦੇ ਵਿੱਚ ਹੈ ਰੈਸਟ ਦੇ ਵਿੱਚ ਰਹੇਗੀ। ਇਹਦੇ ਵਿੱਚ ਕੋਈ ਵੀ ਐਕਸਟਰਨਲ ਫੋਰਸ ਨਹੀਂ ਲੱਗੇਗੀ, ਕਿਉਂਕਿ ਜਿਹੜੀ ਐਕਸਟਰਨਲ ਫੋਰਸ ਲੱਗ ਤਾਂ ਰਹੀ ਆਪਾਂ ਲਗਾਈ ਸੀ, ਬਟ ਉਹ ਕਹਿੰਦੇ ਕਿ ਆਪਣੀ ਐਕਸਟਰਨਲ ਫੋਰਸ ਤੇ ਫ੍ਰਿਕਸ਼ਨਲ ਫੋਰਸ ਦੋਨੋਂ ਬੈਲੈਂਸ ਹੋ ਜਾਂਦੀਆਂ ਨੇ ਤੇ ਉਹਨਾਂ ਦਾ ਸਮ 0 ਹੋ ਜਾਂਦਾ ਹੈ। ਮਤਲਬ ਐਂਡ ਤੇ ਕੀ ਆ ਜਾਂਦਾ ਹੈ ਕਿ ਫੋਰਸ ਜੋ ਐਕਸਟਰਨਲ ਸੀ ਉਹ 0 ਹੀ ਲੱਗ ਰਹੀ ਸੀ, ਆਪਸ ਦੇ ਵਿੱਚ ਬੈਲੈਂਸ ਹੋ ਗਈ। ਤਾਂ ਗੱਲ ਇਹੀ ਕਲੀਅਰ ਹੋਈ ਕਿ ਜੋ ਪਹਿਲਾਂ ਸੀ ਜੋ ਸਟੇਟ ਰਹਿੰਦੀ ਹੈ ਉਹ ਸਟੇਟ ਹੀ ਬਾਅਦ ਵਿੱਚ ਰਹਿੰਦੀ ਹੈ। ਇਹ ਆਪਣਾ ਲਾ ਆਫ ਇਨਰਸ਼ੀਆ ਕਹਿ ਰਿਹਾ ਸੀ। ਜਿਸ ਤਰ੍ਹਾਂ ਅਰਿਸਟੋਟਲ ਨੇ ਗੱਲ ਕੀਤੀ ਸੀ ਕਿ ਹਾਂਜੀ ਅਗਰ ਉਹ ਮੋਸ਼ਨ ਦੇ ਵਿੱਚ ਹੈ ਤਾਂ ਉਹਨੂੰ ਕੋਈ ਨਾ ਕੋਈ ਐਕਸਟਰਨਲ ਫੋਰਸ ਦੇਣੀ ਪਏਗੀ ਉਹਨੂੰ ਸਟਾਪ ਕਰਨ ਦੇ ਲਈ। ਹੁਣ ਨੈਕਸਟ ਆਪਣੇ ਕੋਲੇ ਕੀ ਹੈ, ਨਿਊਟਨ ਦਾ ਫਰਸਟ ਲਾਅ, ਜੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ। ਨਿਊਟਨ ਦਾ ਫਰਸਟ ਲਾਅ ਕੀ ਕਹਿੰਦਾ ਹੈ ਕਿ ਕੋਈ ਵੀ ਬੋਡੀ ਅਗਰ ਰੈਸਟ ਦੀ ਸਟੇਟ ਦੇ ਵਿੱਚ ਹੈ ਜਾਂ ਮੋਸ਼ਨ ਦੀ ਸਟੇਟ ਦੇ ਵਿੱਚ ਹੈ, ਜਦੋਂ ਤੱਕ ਉਹਨੂੰ ਐਕਸਟਰਨਲ ਫੋਰਸ ਨਹੀਂ ਦਿੱਤੀ ਜਾਂਦੀ ਨਾ ਤਾਂ ਉਹ ਰੁਕਦੀ ਹੈ ਨਾ ਉਹ ਚੱਲਦੀ ਹੈ। ਮਤਲਬ ਅਗਰ ਉਹ ਰੁਕੀ ਹੋਈ ਚੀਜ਼ ਹੈ ਤਾਂ ਜਦੋਂ ਤੱਕ ਆਪਾਂ ਉਹਨੂੰ ਫੋਰਸ ਨਹੀਂ ਦਿੰਦੇ ਉਹ ਅੱਗੇ ਨਹੀਂ ਚੱਲੂਗੀ। ਅਗਰ ਕੋਈ ਚੱਲੀ ਹੋਈ ਚੀਜ਼ ਹੈ ਮੋਸ਼ਨ ਦੇ ਵਿੱਚ ਹੈਗੀ ਹੈ
ਜਦੋਂ ਤੱਕ ਆਪਾਂ ਉਹਨੂੰ ਰੋਕਾਂਗੇ ਨਹੀਂ ਉਹ ਰੁਕੂਗੀ ਨਹੀਂ, ਕਿਉਂਕਿ ਦੇਖੋ ਸਭ ਨੇ ਆਪਣੇ ਆਪਣੇ ਲਾਜ਼ ਦਿੱਤੇ ਸੀ। ਲਾਅ ਆਫ ਇਨਰਸ਼ੀਆ ਆ, ਉਹਨਾਂ ਨੇ ਆਪਣੀ ਗੱਲ ਕੀਤੀ ਕਿ ਹਾਂ ਸੇਮ ਸਟੇਟ 'ਚ ਰਹਿੰਦੀ ਹੈ, ਬਦਲ ਕੋਈ ਫੋਰਸ ਨਹੀਂ ਲੱਗਦੀ। ਬਟ ਜਦੋਂ ਨਿਊਟਨ ਆਏ ਉਹਨਾਂ ਨੇ ਆਪਣੇ ਆਪਣੇ ਐਕਸਪੈਰੀਮੈਂਟ ਕੀਤੇ ਤਾਂ ਉਹਨਾਂ ਨੇ ਗੈਲੀਲੀਓ ਦੀ ਜਿਹੜੀ ਇਹ ਗੱਲ ਸੀ ਉਹਨੂੰ ਇਨਕਰੈਕਟ ਕੀਤਾ, ਤੇ ਉਹਨਾਂ ਨੇ ਸਹੀ ਗੱਲ ਆਪਣੀ ਦੱਸੀ ਕਿ ਨਹੀਂ ਜੀ, ਅਗਰ ਕੋਈ ਚੀਜ਼ ਮੋਸ਼ਨ ਦੇ ਵਿੱਚ ਹੈ ਤਾਂ ਉਹਨੂੰ ਰੋਕਣ ਦੇ ਲਈ ਫੋਰਸ ਲਗਾਉਣੀ ਪਏਗੀ, ਅਗਰ ਕੋਈ ਚੀਜ਼ ਰੈਸਟ ਦੇ ਵਿੱਚ ਹੈ ਉਹਨੂੰ ਮੋਸ਼ਨ ਦੇ ਵਿੱਚ ਲਿਆਉਣ ਲਈ ਕੋਈ ਨਾ ਕੋਈ ਐਕਸਟਰਨਲ ਫੋਰਸ ਆਪਾਂ ਨੂੰ ਲਗਾਉਣੀ ਪਏਗੀ। ਅਗਰ ਕੋਈ ਫੋਰਸ ਕਿਸੇ ਬੋਡੀ ਦੇ ਉੱਪਰ ਆਪਾਂ ਐਕਸਟਰਨਲ ਫੋਰਸ ਲਗਾ ਰਹੇ ਹਾਂ ਉਹ ਜ਼ੀਰੋ ਹੋਏਗੀ, ਤਾਂ ਮੀਨਸ ਉਸ ਚੀਜ਼ ਦੀ ਐਕਸਲਰੇਸ਼ਨ ਵੀ ਕੀ ਹੋਏਗੀ, ਜ਼ੀਰੋ ਹੋਏਗੀ। ਐਕਸਲਰੇਸ਼ਨ ਅਗਰ ਨੋਨ ਜ਼ੀਰੋ ਹੈ ਤਾਂ ਉਸੇ ਕੇਸ ਦੇ ਵਿੱਚ ਐਕਸਟਰਨਲ ਫੋਰਸ ਲੱਗੇਗੀ ਕਿਸੇ ਬੋਡੀ ਉੱਪਰ, ਤਾਂ ਮੀਨਸ ਐਕਸਟਰਨਲ ਫੋਰਸ ਦਾ ਤੇ ਐਕਸਲਰੇਸ਼ਨ ਦਾ ਇਹਨਾਂ ਨੇ ਆਪਾਂ ਨੂੰ ਰਿਲੇਸ਼ਨ ਦੱਸਿਆ ਹੋਇਆ ਹੈ ਇਸ ਨਿਊਟਨ ਦੇ ਫਸਟ ਲਾਅ ਦੇ ਵਿੱਚ। ਬਾਕੀ ਜੋ ਨਿਊਟਨ ਦਾ ਫਸਟ ਲਾਅ ਦਾ ਟੌਪਿਕ ਰਹਿ ਗਿਆ ਉਹ ਆਪਾਂ ਨੈਕਸਟ ਕਲਾਸ ਦੇ ਵਿੱਚ ਡਿਸਕਸ ਕਰਾਂਗੇ।